ਫਾਸਟ ਵੇ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਫਰੀਦਕੋਟ ਤੋਂ ਰਾਜੀਵ ਸ਼ਰਮਾ। 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਦੀ ਯਾਦ ਦੇ ਵਿੱਚ ਇਸ ਵਾਰ ਵੀ ਬਾਬਾ ਫਰੀਦ ਆਗਮਨ ਪਰਵ ਪੂਰੇ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ 5 ਦਿਨਾਂ ਦੇ ਧਾਰਮਿਕ ਪ੍ਰੋਗਰਾਮਾਂ ਤੋਂ ਬਾਅਦ ਇੱਕ ਦਿਨ ਪਹਿਲਾਂ ਫਰੀਦਕੋਟ ਸ਼ਹਿਰ ਦੇ ਵਿੱਚ ਨਗਰ ਕੀਰਤਨ ਵੀ ਕੱਢਿਆ ਗਿਆ ਸੀ। ਇਸ ਵੇਲੇ ਅਸੀਂ ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿਖੇ ਖੜੇ ਹਾਂ, ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਅੱਜ ਵੀ ਸੰਗਤ ਦਾ ਇੱਥੇ ਤਾਂਤਾ ਲੱਗਿਆ ਹੋਇਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਇੱਥੇ ਮੱਥਾ ਟੇਕਣ ਵਾਸਤੇ ਪੁੱਜ ਰਹੇ ਹਨ। ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਗੱਲਬਾਤ ਕਰਨ ਵਾਸਤੇ ਬਾਬਾ ਫਰੀਦ ਸੰਸਥਾਵਾਂ ਦੇ ਜਿਹੜੇ ਅਹੁਦੇਦਾਰ ਨੇ ਡਾਕਟਰ ਗੁਰਿੰਦਰ ਮੋਹਨ ਸਿੰਘ ਜੀ ਸਾਡੇ ਨਾਲ ਜੁੜੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਗੁਰਦੁਆਰਾ ਟਿੱਲਾ ਬਾਬਾ ਫਰੀਦ ਦਾ ਕੀ ਇਤਿਹਾਸ ਹੈ ਸਰ। ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਵਿਖੇ ਬਾਬਾ ਫਰੀਦ ਜੀ ਤਕਰੀਬਨ 800 ਸਾਲ ਪਹਿਲਾਂ ਇੱਥੇ ਆਏ ਸਨ। ਇੱਥੇ ਜਦੋਂ ਮਹਾਰਾਜ ਫਰੀਦਕੋਟ ਮੋਕਲਹਾਰ ਇੱਥੇ ਕਿਲ੍ਹਾ ਬਣਵਾ ਰਿਹਾ ਸੀਗਾ, ਉਸ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਸਾਰਿਆਂ ਨੂੰ ਵੀ ਜੋ ਵੀ ਇੱਥੇ ਇਨਸਾਨ ਆਏਗਾ ਉਹ ਇੱਥੇ ਕੰਮ ਕਰੇਗਾ। ਅਤੇ ਜਦੋਂ ਬਾਬਾ ਫਰੀਦ ਸਾਹਿਬ ਜੀ ਦੀ ਵਾਰੀ ਆਏ ਉਹਨਾਂ ਨੂੰ ਵੀ ਚੁਕਾਇਆ ਗਿਆ। ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਟੋਕਰੀ ਇੱਕ ਗਿੱਠ ਉੱਪਰ ਹੈ ਅਤੇ ਇਸ 'ਤੇ ਕਿ ਉਹਨਾਂ ਨੇ ਪਤਾ ਲੱਗਿਆ, ਉਹਨਾਂ ਨੂੰ ਦੱਸਿਆ ਗਿਆ ਕਿ ਕੋਈ ਮਹਾਂਪੁਰਸ਼ ਹੈ, ਕੋਈ ਆਮ ਇਨਸਾਨ ਨਹੀਂ। ਫਿਰ ਉਹਨਾਂ ਨੇ ਆ ਕੇ ਉੱਥੇ ਮਾਫੀ ਮੰਗੀ ਅਤੇ ਉਹਨਾਂ ਨੇ ਬੇਨਤੀ ਕੀਤੀ ਕਿ ਸਾਡਾ ਸ਼ਹਿਰ ਇਹ ਵਸਦਾ ਨਹੀਂ। ਫਿਰ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਤੁਹਾਡਾ ਨਾਂ, ਉਹਨਾਂ ਨੇ ਕਿਹਾ ਸ਼ਹਿਰ ਵਸੇਗਾ ਅਤੇ ਅੱਛੀ ਤਰ੍ਹਾਂ ਵਸੇਗਾ। ਅਤੇ ਉਹਨਾਂ ਨੇ ਕਿਹਾ ਸੀਗਾ ਤਾਂ ਨਾਂ ਫਿਰ ਉਹਨਾਂ ਨੇ ਫਰੀਦਕੋਟ ਰੱਖ ਦਿੱਤਾ, ਮੁਕਲਹਾਰ ਤੋਂ ਫਰੀਦਕੋਟ ਰੱਖਿਆ ਗਿਆ। ਅਤੇ ਇਸੇ ਸੰਬੰਧ ਵਿੱਚ ਉਦੋਂ ਤੋਂ ਕੋਈ ਤਕਰੀਬਨ 1969 ਤੋਂ ਲੈ ਕੇ ਹੁਣ ਤੱਕ ਬਾਬਾ ਫਰੀਦ ਜੀ ਦਾ ਇਹ ਸਮਾਗਮ ਮਨਾਇਆ ਜਾਂਦਾ ਹੈ। ਇਹ ਆਗਮਨ ਪੁਰਬ ਮਨਾਇਆ ਜਾਂਦਾ ਹੈ। ਹਰ ਸਾਲ 23 ਤਰੀਕ ਨੂੰ ਮਨਾਇਆ ਜਾਂਦਾ। ਲੋਕਾਂ ਦਾ ਬੜਾ ਉਤਸ਼ਾਹ ਨਾਲ ਮਨਾਇਆ ਜਾਂਦਾ। ਪਹਿਲਾਂ ਇਹ ਇੱਥੇ ਬਹੁਤ ਘੱਟ ਗਿਣਤੀ 'ਚ ਹੁੰਦਾ ਸੀ, ਹੁਣ ਇਸ ਲੱਖਾਂ ਦੀ ਤਾਦਾਦ ਦੇ ਵਿੱਚ ਇਹ ਮਨਾਇਆ ਜਾਂਦਾ। ਇਹ 19 ਤੋਂ ਲੈ ਕੇ 23 ਸਤੰਬਰ ਤੱਕ ਬੜੀ ਸ਼ਰਧਾ ਸਹਿਤ ਸੰਗਤਾਂ ਬੜੀ ਦੂਰ ਦੁਰਾਡਿਓਂ ਦੇਸ਼ਾਂ ਵਿਦੇਸ਼ਾਂ 'ਚੋਂ ਆ ਕੇ ਇੱਥੇ ਨਮਸਤਕ ਹੁੰਦੀਆਂ ਹਨ। ਅਤੇ 23 ਤਰੀਕ ਨੂੰ ਭਾਰੀ ਨਗਰ ਕੀਰਤਨ ਦੇ ਵਿੱਚ ਟਿੱਲਾ ਬਾਬਾ ਫਰੀਦ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਪਹੁੰਚਦਾ। ਉੱਥੇ ਇੱਕ ਇਮਾਨਦਾਰੀ ਅਵਾਰਡ ਅਤੇ ਇੱਕ ਭਗਤ ਪੂਰਨ ਸਿੰਘ ਜਿਹੜਾ ਅਵਾਰਡ ਦਿੱਤਾ ਜਾਂਦਾ ਹੈ। ਉਹ ਕੱਲ੍ਹ ਇਸ 'ਚ ਬਹੁਤ ਭਾਰੀ ਲੋਕਾਂ ਨੇ ਉਤਸ਼ਾਹ ਦਿਖਾਇਆ। ਅੱਜ ਵੀ ਸੰਗਤਾਂ ਬਹੁਤ ਪਹੁੰਚ ਰਹੇ ਹਨ। ਅੱਜ ਸਾਡੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਸਾਡੇ ਦਰਮਿਆਨ ਆ ਰਹੇ ਹਨ। ਮੈਂ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਅਤੇ ਬਾਬਾ ਫਰੀਦ ਸਾਹਿਬ ਜੀ ਦੇ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਕਾਮਯਾਬੀ ਤੰਦਰੁਸਤੀ ਬਖਸ਼ਿਸ਼ ਕਰਨ ਅਤੇ ਉਹ ਸਾਰੇ ਪੰਜਾਬ ਨੂੰ ਇੱਕ ਅੱਛੀ ਤਰੀਕੇ ਚਲਾ ਕੇ ਉਹਨਾਂ ਨੂੰ ਪਹੁੰਚਾਉਣ। ਜੇ ਆਪਾਂ ਇਸ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਕਿ ਬਾਬਾ ਜੀ ਨਾਲ ਜੁੜੀਆਂ ਕਿਹੜੀਆਂ ਇੱਥੇ ਵਸਤੂਆਂ ਨੇ ਜਿਨ੍ਹਾਂ ਦਾ ਮਤਲਬ ਲੋਕ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚਦੇ ਨੇ? ਇੱਥੇ ਬਾਬਾ ਫਰੀਦ ਸਾਹਿਬ ਜੀ ਨੇ ਜਿਹੜਾ ਦਰਖਤ ਹੈਗਾ ਬੜਾ ਪੁਰਾਣਾ 800 ਸਾਲ ਦਰਖਤ ਹੈ, ਵਨ ਹੈਗਾ। ਉੱਥੇ ਉਹਨਾਂ ਨੇ ਹੱਥ ਜਦੋਂ ਟੋਕਰੀ ਚੁਕਾਏ ਗਏ ਸੀ, ਉਹ ਹੱਥ ਜਿਹੜੇ ਸੀਗੇ ਉਹਨਾਂ ਨੇ ਉੱਥੇ ਪੁੰਜੇ ਸਨ। ਉਹ ਐਜ਼ ਇਟ ਇਜ਼ ਉਵੇਂ ਲੱਕੜ ਦਾ ਜਿਹੜਾ ਵਨ ਦਾ ਪੀਸ ਹੈਗਾ ਉਹ ਕੱਟ ਕੇ ਅੰਦਰ, ਜਿਹਨੂੰ ਦਰਸ਼ਨ ਕਰਨ ਆਉਂਦੇ ਦੂਰ ਦੂਰ ਤੋਂ। ਅਤੇ ਇੱਥੇ 24 ਘੰਟੇ ਪਾਠ ਵੀ ਹੁੰਦਾ ਰਹਿੰਦਾ ਹੈ। ਬਾਬਾ ਜੀ ਤੁਸੀਂ ਵੀ ਜੁੜੇ ਹੋਏ ਹੋ ਗੁਰਦੁਆਰਾ ਸਾਹਿਬ ਦੇ ਨਾਲ। ਬਾਬਾ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਦਰਜ ਹੈ। ਕੀ ਸੰਦੇਸ਼ ਦਿੱਤਾ ਅਤੇ ਅੱਜ ਜਿਹੜਾ ਬਾਬਾ ਜੀ ਦੀ ਉਸ ਬਾਣੀ ਨੂੰ ਕਿਸ ਤਰ੍ਹਾਂ ਲੋਕ ਨਿੱਘ ਮੰਨ ਰਹੇ ਨੇ? ਬਾਬਾ ਜੀ ਦੇ ਫਰੀਦ ਜੀ ਦੇ ਆਪ ਸਾਰਿਆਂ ਨੂੰ ਪਤਾ ਹੈ, ਜਦੋਂ ਅਖੰਡ ਪਾਠ ਦਾ ਭੋਗ ਪੈਂਦਾ ਜੀ, ਬਾਬਾ ਫਰੀਦ ਦੇ ਜਿਹੜੇ ਸ਼ਲੋਕ ਆਉਂਦੇ 130 ਸ਼ਲੋਕ ਬਾਬਾ ਜੀ ਦੇ, ਸਾਰੀ ਸੰਗਤ ਕਹਿੰਦੇ ਬਾਬਾ ਫਰੀਦ ਦੇ ਸ਼ਲੋਕ ਸੁਣਨਾ, ਕੋਈ ਚੰਗਾ ਗ੍ਰੰਥੀ ਲਾਓ ਬਾਬਾ ਫਰੀਦ ਦੇ। ਉਹਦੇ ਵਿੱਚੋਂ ਸਾਨੂੰ ਮਤਲਬ ਇਹ ਮਿਲਦਾ, ਰਸਤਾ ਮਿਲਦਾ ਵੀ ਸਾਰੀ ਦੁਨੀਆ ਇੱਕ ਹੈ। ਬਾਬਾ ਫਰੀਦ ਨੇ ਫਰੀਦਾ ਗੁਰੇ ਦਾ ਭਲਾ ਕਰ, ਗੁੱਸਾ ਮੰਨਣ ਹਾਏ, ਦੇਹੀ ਰੋਗ ਨਾਲ ਪੱਲਾ ਖਵਾਏ। ਫਿਰ ਦੂਸਰਾ ਫਰੀਦ ਨੇ ਕਿਹਾ ਸਾਰੇ ਇੱਕ ਆ, ਫਰੀਦਾ ਖਾਲਕ ਖਲਕ ਮੈਂ, ਖਲਕੋ ਸਾਰਾ ਬਮਾਹੇ, ਮੰਦਾ ਕਿਸ ਨੂੰ ਆਖਿਆ ਜਾਂ ਤਿਸਵਣ ਕੋਈ ਨਾ। ਸਾਰੇ ਚੰਗੇ ਆ, ਸਾਰੇ ਪਰਮਾਤਮਾ ਦਾ ਰੂਪ ਹੈ। ਖਾਲਸਾ ਜੀ, ਤੁਸੀਂ ਵੀ ਗੁਰਦੁਆਰਾ ਸਾਹਿਬ 'ਚ ਬਹੁਤ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਹੋ। ਗੁਰਦੁਆਰਾ ਟਿੱਲਾ ਬਾਬਾ ਫਰੀਦ ਹੈ। ਇੱਕ ਹੋਰ ਬਾਬਾ ਜੀ ਦਾ ਚਰਨ ਛੋਹ ਪ੍ਰਾਪਤ ਹੈ ਗੁਰਦੁਆਰਾ ਗੋਦੜੀ ਸਾਹਿਬ। ਗੁਰਦੁਆਰਾ ਗੋਦੜੀ ਸਾਹਿਬ ਦੇ ਇਤਿਹਾਸ ਦੇ ਬਾਰੇ ਸੰਗਤ ਨੂੰ ਜਾਣਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਾਬਾ ਫਰੀਦ ਸਾਹਿਬ ਜੀ ਦੇ ਆਗਮਨ ਪੁਰਬ ਦੀ ਸਮੂਹ ਨਾਨਕ ਨਾਮ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਗੁਰਦੁਆਰਾ ਗੋਦੜੀ ਸਾਹਿਬ ਉਹ ਪਵਿੱਤਰ ਸਥਾਨ ਅੱਜ ਕੋਟਕਪੂਰਾ ਰੋਡ 'ਤੇ ਸੁਸ਼ੋਭਿਤ ਹੈ, ਜਿੱਥੇ ਸਭ ਤੋਂ ਪਹਿਲਾਂ ਜਦੋਂ 1215 ਈਸਵੀ ਨੂੰ 23 ਸਤੰਬਰ ਵਾਲੇ ਦਿਨ ਬਾਬਾ ਫਰੀਦ ਸਾਹਿਬ ਦਿੱਲੀ ਤੋਂ ਵਾਪਸ ਝਾਂਸੀ ਹੁੰਦੇ ਹੋਏ ਪਾਕਪਟਨ ਜਾ ਰਹੇ ਸੀ, ਤਾਂ ਉਹ ਆਪਣੇ ਸਾਥੀਆਂ ਸਮੇਤ ਰਾਤ ਨੂੰ ਗੁਰਦੁਆਰਾ ਗੋਦੜੀ ਸਾਹਿਬ ਨਾਮਕ ਸਥਾਨ 'ਤੇ ਰੁਕੇ ਸਨ। ਉਹਨਾਂ ਨੇ ਆਪਣੀ
ਉਸੇ ਆਪਣੀ ਗੋਦੜੀ ਰੱਖ ਕੇ ਸਵੇਰ ਦੇ ਸਮੇਂ ਇੱਧਰ ਟਿੱਲਾ ਸਾਹਿਬ ਵੱਲ ਆਏ ਸਨ ਤੇ ਉਹਨਾਂ ਦੀ ਗੋਦੜੀ ਦੇ ਨਾਮ ਤੇ ਅੱਜ ਉਹ ਪਵਿੱਤਰ ਅਸਥਾਨ ਗੁਰਦੁਆਰਾ ਗੋਦੜੀ ਸਾਹਿਬ ਦੇ ਨਾਮ ਤੇ ਸੁਸ਼ੋਭਿਤ ਹੈ, ਜਿਸ ਨੂੰ ਟਿੱਲਾ ਬਾਬਾ ਫਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ ਪ੍ਰਬੰਧਕ ਕਮੇਟੀ ਦੁਆਰਾ ਬਿਲਕੁਲ ਤੁਸੀਂ ਵੇਖਿਆ ਕਿ ਬਾਬਾ ਫਰੀਦ ਆਗਮਨ ਪਰਵ ਬੜੀ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਤੇ ਅਸੀਂ ਤੁਹਾਨੂੰ ਗੁਰਦੁਆਰਾ ਟਿੱਲਾ ਬਾਬਾ ਫਰੀਦ ਦੇ ਉਸ ਸਥਾਨ ਦੇ ਦਰਸ਼ਨ ਕਰਾਣੇ ਆ ਜਿੱਥੇ ਕਿ ਸ਼ਰਧਾਲੂ ਹਰ ਰੋਜ਼ ਮੱਥਾ ਟੇਕਣ ਵਾਸਤੇ ਪੁੱਜਦੇ ਨੇ। ਇਹ ਜਿਹੜਾ ਵਨ ਹੈਗਾ ਤਕਰੀਬਨ 800 ਸਾਲ ਪੁਰਾਣਾ ਹੈ, ਜਿੱਥੇ ਕਿ ਬਾਬਾ ਜੀ ਨੇ ਹੱਥ ਲਾਇਆ ਸੀ। ਉਸ ਤੋਂ ਬਾਅਦ ਇਹ ਜਿਹੜਾ ਬ੍ਰਿਕਸ਼ ਅੱਜ ਤੱਕ ਇੱਥੇ ਸੁਸ਼ੋਭਿਤ ਹੈਗਾ ਤੇ ਜਿਹੜੀ ਸੰਗਤ ਵੀ ਇੱਥੇ ਮੱਥਾ ਟੇਕਣ ਵਾਸਤੇ ਆਉਂਦੀ ਹੈ ਇਸ ਵਨ ਨੂੰ ਜਿਹੜਾ ਇੱਥੇ ਮੱਥਾ ਟੇਕਦੀ ਹੈ। ਇਸ ਤੋਂ ਇਲਾਵਾ ਤੁਸੀਂ ਵੇਖ ਸਕਦੇ ਹੋ ਕਿ ਅੰਦਰ ਦੀਆਂ ਤਸਵੀਰਾਂ ਨੇ, ਅੰਦਰ ਵੀ ਵਨ ਦਾ ਇੱਕ ਜਿਹੜਾ ਹਿੱਸਾ ਹੈਗਾ ਸੁਸ਼ੋਭਿਤ ਕੀਤਾ ਹੋਇਆ ਹੈ, ਉੱਥੇ ਵੀ ਜਿਹੜੀ ਸੰਗਤ ਨਮਨ ਕਰਨ ਵਾਸਤੇ ਪਹੁੰਚਦੀ ਹੈਗੀ ਆ। ਗੁਰਦੁਆਰਾ ਟਿੱਲਾ ਬਾਬਾ ਫਰੀਦ ਦੇ ਵਿੱਚ ਹਰ ਵੀਰਵਾਰ ਨੂੰ ਇੱਕ ਮੇਲੇ ਵਰਗਾ ਮਾਹੌਲ ਹੁੰਦਾ ਹੈ ਕਿ ਦੂਰ ਨੇੜਿਓਂ ਸੰਗਤ ਆ ਕੇ ਇੱਥੇ ਮੱਥਾ ਟੇਕਣ ਵਾਸਤੇ ਪੁੱਜਦੀ ਹੈਗੀ ਹੈ ਤੇ ਨਮਨ ਕਰਦੀ ਹੈ। ਤੇ ਬਾਬਾ ਫਰੀਦ ਆਗਮਨ ਪਰਵ ਦੀ ਗੱਲ ਕਰੀਏ ਤਾਂ ਬਾਬਾ ਫਰੀਦ ਆਗਮਨ ਪਰਵ ਦੇ ਮੌਕੇ ਤੇ ਜਿਹੜਾ ਸੰਗਤ ਜਿਹੜੀ ਜਨ ਸੈਲਾਬ ਹੀ ਉਮੜ ਪੈਂਦਾ, ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦੇਸ਼ ਵਿਦੇਸ਼ ਤੋਂ ਇੱਥੇ ਮੱਥਾ ਟੇਕਣ ਵਾਸਤੇ ਆਗਮਨ ਪਰਵ ਤੇ ਪੁੱਜਦੀ ਹੈ। ਜੇ ਕਰੋਨਾ ਕਾਲ ਦੀ ਗੱਲ ਕਰੀਏ ਤਾਂ 2 ਸਾਲ ਕਰੋਨਾ ਕਾਲ ਸੀਗਾ, ਉਦੋਂ ਮੇਲਾ ਨਹੀਂ ਭਰ ਸਕਿਆ ਸੀ ਤੇ ਇਸ ਸਾਲ ਮੇਲੇ ਦੇ ਵਿੱਚ ਜਿਹੜੀਆਂ ਬਹੁਤ ਰੌਣਕਾਂ ਵੇਖਣ ਨੂੰ ਮਿਲੀਆਂ। ਇੱਥੇ ਸੇਵਾਦਾਰ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਸੰਗਤ ਆ ਰਹੀ ਹੈ, ਕਿਸ ਤਰੀਕੇ ਦਾ ਜਿਹੜਾ ਬਾਬਾ ਜੀ ਦੇ ਪ੍ਰਤੀ ਲੋਕਾਂ 'ਚ ਜਿਹੜੀ ਸ਼ਰਧਾ ਭਾਵ ਹੈ। ਲੋਕਾਂ 'ਚ ਬਹੁਤ ਵੱਡੀ ਸ਼ਰਧਾ ਆ। ਅਸੀਂ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਜਿੰਨੀਆਂ ਵੀ ਸੰਗਤਾਂ ਆ ਰਹੀਆਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਯਾਨੀ ਕਿ ਫਰੀਦਕੋਟ ਵਾਸੀਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਇੱਥੇ ਬਾਬਾ ਫਰੀਦ ਜੀ ਜੋ ਆਏ ਇਸ ਧਰਤੀ ਤੇ, ਅਸੀਂ ਬੜਾ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਾਂ ਜੀ। ਬਿਲਕੁਲ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਸੰਗਤ ਲਗਾਤਾਰ ਇੱਥੇ ਮੱਥਾ ਟੇਕਣ ਵਾਸਤੇ ਪੁੱਜਦੀ ਨਹੀਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸ਼ਰਧਾਲੂ ਮੱਥਾ ਟੇਕਣ ਵਾਸਤੇ ਪੁੱਜ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕਿਸ ਤਰੀਕੇ ਦਾ ਮਹਿਸੂਸ ਕਰਦੇ ਹੋ ਬਾਬਾ ਫਰੀਦ ਆਗਮਨ ਪਰਵ ਤੇ ਮੱਥਾ ਟੇਕਣ ਆਏ ਹੋ? ਇਹ ਬਾਬਾ ਫਰੀਦ ਦੀ ਧਰਤੀ ਆ ਜੀ ਤੇ ਬੜੇ ਅਸੀਂ ਭਾਗਾ ਵਾਲੇ ਜਿਹੜੇ ਫਰੀਦਕੋਟ ਰਹਿ ਰਹੇ ਅਸੀਂ ਮੱਥਾ ਟੇਕਣ ਆਉਣੇ ਆ, ਬੜਾ ਉਤਸ਼ਾਹ ਮਿਲਦਾ, ਜਿਹੜੀਆਂ ਸੁੱਖਾਂ ਸੁੱਖੀ ਦੀਆਂ ਇੱਥੇ ਪੂਰੀਆਂ ਹੁੰਦੀਆਂ। ਬਿਲਕੁਲ ਤੁਸੀਂ ਵੇਖਿਆ ਕਿ ਸ਼ਰਧਾਲੂ ਵੀ ਜਿਹੜੇ ਬੜੇ ਸ਼ਰਧਾ ਭਾਵ ਦੇ ਨਾਲ ਇੱਥੇ ਮੱਥਾ ਟੇਕਣ ਵਾਸਤੇ ਪੁੱਜਦੇ ਨੇ। ਇਹ ਤਸਵੀਰਾਂ ਤੁਸੀਂ ਵੇਖੋ, ਇਹ ਦਰਬਾਰ ਸਾਹਿਬ ਬਣਿਆ ਹੋਇਆ ਹੈ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿਖੇ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੁਸ਼ੋਭਿਤ ਨੇ, ਜਿੱਥੇ 24 ਘੰਟੇ ਜਿਹੜਾ ਹੈਗਾ ਕੀਰਤਨ ਚੱਲਦਾ ਹੈ। ਸੰਗਤ ਇੱਥੇ ਮੱਥਾ ਟੇਕਣ ਵਾਸਤੇ ਪੁੱਜਦੀ ਹੈਗੀ ਹੈ। ਅਸੀਂ ਹੋਰ ਵੀ ਕੋਸ਼ਿਸ਼ ਕਰਦੇ ਹਾਂ ਸ਼ਰਧਾਲੂਆਂ ਨਾਲ ਗੱਲਬਾਤ ਕਰਨ ਦੀ। ਕੀ ਮਹਿਸੂਸ ਕਰਦੇ ਹੋ ਤੁਸੀਂ ਇੱਥੇ ਮੱਥਾ ਟੇਕਣ ਵਾਸਤੇ? ਬਹੁਤ ਵਧੀਆ ਮਹਿਸੂਸ ਕਰਦੇ ਹਾਂ ਜੀ। ਹਾਂਜੀ, ਸਿਰਫ ਮੇਲੇ ਤੇ ਹੀ ਆਉਂਦੇ ਹੋ ਕਿ ਹੋਰ ਹਰ ਵੀਰਵਾਰ ਨੂੰ? ਹਰ ਰੋਜ਼ ਹੀ ਆਈਦਾ ਜੀ। ਹਾਂਜੀ, ਹਰ ਰੋਜ਼ ਲਾਗੇ ਹੀ ਆ ਕਾਲਜ ਆਈਦਾ, ਕਾਲਜ ਮੱਥਾ ਟੇਕ ਕੇ ਜਾਈਦਾ। ਬਿਲਕੁਲ ਤੁਸੀਂ ਜਿਹੜਾ ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਿੱਲਾ ਬਾਬਾ ਫਰੀਦ ਦੇ ਦਰਸ਼ਨ ਕਰ ਰਹੇ ਸੀਗੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਬਾਬਾ ਫਰੀਦ ਜੀ ਦੇ ਮੱਥੇ ਤੇ? ਤੇ ਆ ਕੇ ਬਹੁਤ ਵਧੀਆ ਲੱਗਦਾ ਹੈ। ਮਹਾਰਾਜ ਦੀ ਧਰਤੀ ਤੇ ਆਉਣਾ ਚਾਹੀਦਾ ਹੈ। ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਾਡੇ ਨਾਲ ਹੋਰ ਵੀ ਸ਼ਰਧਾਲੂ ਜੁੜੇ ਨੇ। ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਇਸ ਵਾਰ ਬਾਬਾ ਫਰੀਦ ਆਗਮਨ ਪਰਵ ਨੂੰ ਲੈ ਕੇ ਲੋਕਾਂ 'ਚ ਬੜਾ ਉਤਸ਼ਾਹ ਹੈ? ਬਾਬਾ ਫਰੀਦ ਆਗਮਨ ਪੁਰਬ ਦੀਆਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ। ਐਤਕੀ ਬਹੁਤ ਉਤਸ਼ਾਹ ਨਾਲ ਆਗਮਨ ਪੁਰਬ ਮਨਾਇਆ ਗਿਆ ਹੈ। ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਹੈ ਤੇ ਬਹੁਤ ਵਧੀਆ ਪ੍ਰਬੰਧਕ ਕਮੇਟੀ ਨੇ ਪ੍ਰਬੰਧ ਕੀਤਾ ਹੋਇਆ। ਕੁਛ ਆਮ ਆਦਮੀ ਪਾਰਟੀ ਦੇ ਆਗੂ, ਬਾਬਾ ਜੀ ਤੁਸੀਂ ਤਾਂ ਪੁਰਾਣੇ ਗੁਰਦੁਆਰਾ ਸਾਹਿਬ ਫਰੀਦਕੋਟ ਦੇ ਰਹਿਣ ਵਾਲੇ ਹੈਗੇ ਹੋ, ਕਿਸ ਤਰੀਕੇ ਦਾ ਲੋਕਾਂ ਨਾਲ ਐਤਕੀ 2 ਸਾਲਾਂ ਕਰੋਨਾ ਕਾਲ ਤੋਂ ਬਾਅਦ ਮੇਲਾ ਭਰਿਆ ਹੈਗਾ, ਕਿਵੇਂ ਮਹਿਸੂਸ ਕਰਦੇ ਹੋ ਸੰਗਤ? ਅਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਹਾਂ। ਪਰਮਾਤਮਾ ਨੇ ਕਿਰਪਾ ਕੀਤੀ ਹੈ, ਸਾਨੂੰ ਜਿਹੜੀ ਕਰੋਨਾ ਤੋਂ ਨਿਜਾਤ ਦਵਾਈ ਹੈ। ਉਸ ਦੇ ਨਾਲ ਇਹ ਪ੍ਰਸ਼ਾਸਨ ਨੂੰ ਖੁੱਲ੍ਹ ਦਿੱਤੀ ਹੈ ਮੇਲੇ ਵਗੈਰਾ ਕਰਾਉਣ ਦੀ। ਇਸ ਦੌਰਾਨ
ਇਸ ਮੇਲੇ ਵਿੱਚ ਸਾਰੇ ਤਰ੍ਹਾਂ ਦੀਆਂ ਗੇਮਾਂ ਹੋ ਚੁੱਕੀਆਂ, ਸਾਰੇ ਧਾਰਮਿਕ ਪ੍ਰੋਗਰਾਮ ਹੋ ਗਏ, ਸਾਰੇ ਸੱਭਿਆਚਾਰਕ ਪ੍ਰੋਗਰਾਮ ਹੋਏ ਆ, ਲੋਕਾਂ ਨੂੰ ਪੂਰਨ ਆਨੰਦ ਲਿਆ। ਸਾਰੇ ਤਰ੍ਹਾਂ ਦੇ ਪਿੰਡਾਂ ਤੋਂ ਲੰਗਰ ਦੀ ਸੇਵਾ ਲਗਾਈ ਗਈ ਹੈ। ਹਰ ਇੱਕ ਤਰ੍ਹਾਂ ਦੇ ਜੋ ਵੀ ਇੱਥੇ ਐਕਟੀਵਿਟੀਜ਼ ਹੁੰਦੀਆਂ ਸਾਰਿਆਂ ਨੇ ਖੁੱਲ੍ਹ ਕੇ ਐਕਟੀਵਿਟੀ ਕੀਤੀਆਂ। ਮੇਰੇ ਹਿਸਾਬ ਨਾਲ ਸਾਰੀਆਂ ਗੇਮਾਂ ਦੇ ਵਿੱਚ ਦੇਸ਼ ਵਿਦੇਸ਼ ਤੋਂ ਮਿਲ ਕੇ ਬਾਹਰੋਂ ਵੀ ਆ ਕੇ ਖਿਡਾਰੀ ਇੱਥੇ ਖੇਡਣ ਆਏ ਆ, ਕਿਉਂਕਿ ਇਹ ਬਹੁਤ ਉਤਸੁਕਤਾ ਰਹਿੰਦੀ ਹੈ ਸਾਰਿਆਂ ਨੂੰ ਇਸ ਮੇਲੇ ਦੀ। ਇਹਦੀ ਬਹੁਤ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਾਗ ਪਈ। ਇਹਨਾਂ ਦਾ ਇੱਕ ਰਿਵਾਈਵ ਹੋ ਗਿਆ, ਮਤਲਬ ਕਿ ਵਾਰਮ ਅਪ ਹੋ ਗਿਆ, ਮਤਲਬ ਕਿ ਅਗਲੇ ਗਾਂਹ ਕੰਮ ਕਰਨ ਵਾਸਤੇ, ਕਿਉਂਕਿ ਕਰੋਨਾ ਦੇ ਵਿੱਚ ਬਹੁਤ ਸਾਰੀਆਂ ਮਾਰਾਂ ਪਈਆਂ ਸੀਗੀਆਂ। ਉਹ ਮਾਰਾਂ ਦੇ ਦੁੱਖ ਨੂੰ ਭੁੱਲਦੇ ਹੋਏ ਹੁਣ ਨਵੇਂ ਲੀਹ ਤਿਉਹਾਰਾਂ ਵਾਸਤੇ ਬਹੁਤ ਖੁਸ਼ੀ ਦੀ ਲਹਿਰ ਤੋਰੀ ਹੈ। ਬਿਲਕੁਲ ਤੁਸੀਂ ਵੇਖਿਆ ਕਿ ਬਾਬਾ ਫਰੀਦ ਆਗਮਨ ਪਰਵ ਨੂੰ ਲੈ ਕੇ ਫਰੀਦਕੋਟ ਦੇ ਵਿੱਚ ਜਿਹੜੀ ਸੰਗਤ ਦੇ ਵਿੱਚ ਪੂਰਾ ਉਤਸ਼ਾਹ ਹੈ ਤੇ ਸ਼ਰਧਾ ਭਾਵ ਦੇ ਨਾਲ ਲੋਕ ਬਾਬਾ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਪੁੱਜ ਰਹੇ ਨੇ। ਫਰੀਦਕੋਟ ਤੋਂ ਰਾਜੀਵ ਸ਼ਰਮਾ, ਫਾਸਟ ਵੇ ਨਿਊਜ਼।